सत श्री अकाल दोस्तों, मैं ਨੂਰਦੀਪ ਕੋਮਲ अपनी कहानी ਕਰਮਾਂ ਵਾਲੀ पेश कर रही ਹਾਂ। ਕਮਲਪ੍ਰੀਤ ਸ਼ਿੰਦੇ ਦੀ ਇਕਲੌਤੀ ਧੀ ਸੀ ਜੋ ਉਸਦੇ ਵਿਆਹ ਦੀ 7 ਸਾਲ ਮਗਰੋਂ ਹੋਈ ਸੀ। ਉਹ ਆਪਣੇ ਮਾਂ ਤੇ ਪਿਓ ਦੀ ਬਹੁਤ ਲਾਡਲੀ ਸੀ। ਉਸਦਾ ਪਿਓ ਪਾਲੀ ਜੋ ਕਿ ਇੱਕ ਦਿਹਾੜੀਦਾਰ ਸੀ। ਪਾਲੀ ਦਾ ਘਰ ਕੱਚਾ ਸੀ ਤੇ ਆਰਥਿਕ ਪੱਖ ਤੋਂ ਪੂਰਾ ਸੂਰਾ ਹੀ ਸੀ, ਪਰ ਫਿਰ ਵੀ ਉਹ ਆਪਣੀ ਧੀ ਦੇ ਸਾਰੇ ਸ਼ੌਕ ਪੁਗਾਉਂਦਾ ਸੀ। ਘਰ ਵਿੱਚ ਪਾਲੀ ਦੀ ਬਿਰਧ ਮਾਂ ਵੀ ਸੀ ਜੋ ਕਿ ਅੱਖਾਂ ਤੋਂ ਅੰਨੀ ਸੀ। ਕਮਲਪ੍ਰੀਤ ਘਰ ਦੀ ਰੌਣਕ ਸੀ। ਘਰ ਵਿੱਚ ਜਦੋਂ ਕਦੇ ਕੋਈ ਪਰੇਸ਼ਾਨੀ ਹੁੰਦੀ ਤਾਂ ਉਹ ਕਮਲ ਦੇ ਸੋਹਣੇ ਹੱਸਦੇ ਖਿੜਦੇ ਚਿਹਰੇ ਅੱਗੇ ਫਿੱਕੀ ਪੈ ਜਾਂਦੀ। ਕਮਲ ਸਾਰਾ ਦਿਨ ਵਿਹੜੇ ਵਿੱਚ ਚਹਿਕਦੀ ਫਿਰਦੀ। ਮਾਂ ਪਿਓ ਉਸਨੂੰ ਪੁੱਤਾਂ ਨਾਲੋਂ ਵੱਧ ਲਾਡ ਲਡਾਉਂਦੇ। ਮਾਂ ਉਸਨੂੰ ਕਮਲੀ ਆਖ ਕੇ ਹਿੱਕ ਨਾਲ ਲਗਾ ਲੈਂਦੀ। ਹੁਣ ਕਮਲਪ੍ਰੀਤ ਦੀ ਉਮਰ 4 ਸਾਲ ਦੀ ਹੋ ਗਈ ਸੀ। ਪਾਲੀ ਨੇ ਆਪਣੀ ਧੀ ਨੂੰ ਪਿੰਡ ਵਿੱਚ ਹੀ ਇੱਕ ਸਕੂਲ ਵਿੱਚ ਦਾਖਲ ਦਵਾ ਦਿੱਤਾ। ਕਮਲਪ੍ਰੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਜਦੋਂ ਰਾਤ ਨੂੰ ਕਮਲ ਆਪਣੇ ਮਾਂ-ਪਿਓ ਨਾਲ ਖੁੱਲ੍ਹੇ ਵਿਹੜੇ ਵਿੱਚ ਮੰਜੇ ਉੱਤੇ ਪੈਂਦੀ ਤਾਂ ਉਹ ਅਕਸਰ ਆਪਣੇ ਮਾਂ-ਪਿਓ ਨਾਲ ਚੰਨ ਤਾਰਿਆਂ ਨਾਲ ਸੰਬੰਧਿਤ ਗੱਲਾਂ ਕਰਦੀ। ਕਦੇ-ਕਦੇ ਉਹ ਆਪਣੀ ਮਾਂ ਨੂੰ ਸਵਾਲ ਕਰਦੀ ਕਿ ਮਾਂ, ਮੈਂ ਪੜ੍ਹ ਕੇ ਕੀ ਬਣਾਂਗੀ? ਤਾਂ ਮਾਂ ਉਸ ਦਾ ਮੂੰਹ ਚੁੰਮਦਿਆਂ ਹਿੱਕ ਨਾਲ ਲਾ ਲੈਂਦੀ ਤੇ ਆਖਦੀ, ਮੇਰੀ ਧੀ ਤਾਂ ਵੱਡੀ ਅਫਸਰ ਬਣੇਗੀ। ਫਿਰ ਦੋਵੇਂ ਖਿੜਖਿੜਾ ਕੇ ਹੱਸਣ ਲੱਗਦੀਆਂ। ਮਾਂ ਪਿਓ ਨੂੰ ਆਪਣੀ ਧੀ ਤੋਂ ਵੱਧ ਦੁਨੀਆ ਤੇ ਹੋਰ ਕੁਝ ਵੀ ਪਿਆਰਾ ਨਹੀਂ ਸੀ। ਇੱਕ ਰਾਤ ਅਚਾਨਕ ਤੇਜ਼ ਮੀਂਹ ਪੈਣ ਲੱਗਾ। ਕਮਲਪ੍ਰੀਤ ਆਪਣੇ ਮਾਂ ਤੇ ਬਾਪੂ ਨਾਲ ਕਮਰੇ ਵਿੱਚ ਪਈ ਸੀ ਤੇ ਉਸਦੀ ਦਾਦੀ ਬਾਹਰਲੀ ਦਿਓਢੀ ਵਿੱਚ ਪਈ ਸੀ। ਅਚਾਨਕ ਮੀਂਹ ਭਿਆਨਕ ਤੂਫਾਨ ਵਿੱਚ ਬਦਲ ਗਿਆ। ਤੂਫਾਨ ਨਾਲ ਭਾਰੀ ਨੁਕਸਾਨ ਹੋਣ ਲੱਗਾ ਤੇ ਅਚਾਨਕ ਇੱਕ ਅਜਿਹਾ ਪਾਣਾ ਵਰਤਿਆ ਕਿ ਕਮਰੇ ਦੀ ਛੱਤ ਡਿੱਗ ਪਈ ਤੇ ਪਾਲੀ ਅਤੇ ਛਿੰਦਰ ਨੇ ਉਸੇ ਸਮੇਂ ਉੱਥੇ ਹੀ ਦਮ ਤੋੜ ਦਿੱਤਾ। ਪਰ ਕਮਲਪ੍ਰੀਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਤੂਫਾਨ ਸੱਚਮੁੱਚ ਕਮਲਪ੍ਰੀਤ ਦਾ ਸਭ ਕੁਝ ਉਡਾ ਕੇ ਲੈ ਗਿਆ ਸੀ। ਕਮਲਪ੍ਰੀਤ ਦੀ ਉਮਰ ਸਿਰਫ 14 ਸਾਲ ਦੀ ਸੀ ਤੇ ਉਹ ਅਨਾਥ ਹੋ ਗਈ ਸੀ। ਉਸਦੀ ਬਿਰਧ ਦਾਦੀ ਨੇ ਕਮਲਪ੍ਰੀਤ ਨੂੰ ਉਸਦੇ ਮਾਮੇ ਨੂੰ ਸੌਂਪ ਦਿੱਤਾ। ਉਸਦਾ ਮਾਮਾ ਮੰਗਾ ਉਸਨੂੰ ਆਪਣੇ ਪਿੰਡ ਲੈ ਆਇਆ। ਮੰਗਾ ਸਿਰੇ ਦਾ ਸ਼ਰਾਬੀ ਤੇ ਲਾਲਚੀ ਸੀ। ਉਸਦੀ ਮਾਮੀ ਬਿੰਦਰ ਹਰ ਵੇਲੇ ਕਮਲਪ੍ਰੀਤ ਉੱਤੇ ਰੌਬ ਪਾਉਂਦੀ ਰਹਿੰਦੀ। ਉਹ ਉਸਨੂੰ ਬੋਝ ਸਮਝਦੀ ਸੀ। ਉਹ ਪਹਿਲਾਂ ਉਸ ਤੋਂ ਸਾਰਾ ਘਰ ਦਾ ਕੰਮ ਲੈਂਦੀ ਤੇ ਫਿਰ ਉਸਨੂੰ ਲੋਕਾਂ ਦੇ ਘਰਾਂ ਦਾ ਕੰਮ ਕਰਨ ਲਈ ਭੇਜ ਦਿੰਦੀ। ਕਮਲਪ੍ਰੀਤ ਦਾ ਬਚਪਨ ਰੁਲ ਚੁੱਕਾ ਸੀ। ਉਸਦੇ ਚਿਹਰੇ ਦੀ ਰੌਣਕ ਗਾਇਬ ਹੋ ਚੁੱਕੀ ਸੀ। 2 ਸਾਲਾਂ ਮਗਰੋਂ ਕਮਲਪ੍ਰੀਤ ਜਵਾਨ ਹੋਣ ਲੱਗੀ ਸੀ। ਮਾਮੀ ਨੇ ਉਸਦੀ ਸੁੰਦਰਤਾ ਨੂੰ ਦੇਖਦਿਆਂ ਆਪਣੇ ਪਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਸ਼ਹਿਰ ਕਮਲਪ੍ਰੀਤ ਨੂੰ ਵੇਚਣ ਦੀ ਗੱਲ ਰੱਖੀ। ਪਹਿਲਾਂ ਤਾਂ ਮੰਗਾ ਸੋਚੀ ਪੈ ਗਿਆ, ਪਰ ਫਿਰ ਜਦੋਂ ਉਸਨੇ ਬਦਲੇ ਵਿੱਚ ਮੋਟੀ ਰਕਮ ਬਾਰੇ ਸੋਚਿਆ ਤਾਂ ਉਹ ਝੱਟ ਮੰਨ ਗਿਆ। ਅਗਲੀ ਸਵੇਰ ਮਾਮਾ ਕਮਲਪ੍ਰੀਤ ਨੂੰ ਲੈ ਕੇ ਸ਼ਹਿਰ ਚਲਾ ਗਿਆ ਤੇ ਉੱਥੇ ਮਸਤਾਨਾ ਬੇਗਮ ਦੇ ਕੋਠੇ ਉੱਤੇ 60,000 ਦੇ ਸੌਦੇ ਵਿੱਚ ਵੇਚ ਦਿੱਤਾ। ਕਮਲਪ੍ਰੀਤ ਜੋ ਕਿ ਇਸ ਦੁਨੀਆ ਤੋਂ ਅਣਜਾਣ ਸੀ, ਉਸਨੂੰ ਉੱਥੇ ਦੇਹ ਵਪਾਰ ਕਰਨ ਲਈ ਆਖਿਆ ਗਿਆ। ਜਦੋਂ ਉਸਨੇ ਡਰਦਿਆਂ ਇਨਕਾਰ ਕੀਤਾ ਤਾਂ ਉਸਨੂੰ ਕਈ ਤਸੀਹੇ ਦਿੱਤੇ ਗਏ। ਉਸ ਉੱਤੇ ਡਾਢਾ ਜ਼ੁਲਮ ਕੀਤਾ ਗਿਆ। ਹੁਣ ਕਮਲਪ੍ਰੀਤ ਇਸ ਦੀ ਆਦੀ ਹੋ ਗਈ ਸੀ। ਉਸਨੇ
ਕੋਠੇ ਨੂੰ ਹੀ ਆਪਣਾ ਘਰ ਬਣਾ ਲਿਆ ਸੀ। ਉਸ ਅੰਦਰ ਦੀ ਔਰਤ ਮਰ ਚੁੱਕੀ ਸੀ। ਉਹ ਕਮਲਪ੍ਰੀਤ ਤੋਂ ਕਮਲਾ ਕੋਠੇ ਵਾਲੀ ਬਣ ਚੁੱਕੀ ਸੀ। ਉਹ ਇਸ ਨਰਕ ਨੂੰ ਹੀ ਆਪਣਾ ਜੀਵਨ ਮੰਨ ਚੁੱਕੀ ਸੀ। ਉਸ ਅੰਦਰ ਹਯਾ ਤੇ ਸ਼ਰਮ ਸਭ ਖਤਮ ਹੋ ਚੁੱਕਿਆ ਸੀ। ਉਹ ਸਿਗਰਟ ਪੀਂਦੀ ਅਤੇ ਹੋਰ ਕਈ ਨਸ਼ੇ ਕਰਦੀ। ਜਦ ਉਸ ਨੂੰ ਆਪਣੇ ਮਾਂ ਦੀ ਇਹ ਗੱਲ ਯਾਦ ਆਉਂਦੀ ਕਿ ਮੇਰੀ ਧੀ ਅਫਸਰ ਬਣੇਗੀ ਤਾਂ ਉਹ ਖੂਬ ਸ਼ਰਾਬ ਪੀਂਦੀ ਤੇ ਦੁਨੀਆ ਨੂੰ ਭੁੱਲ ਕੇ ਸੌਣ ਦੀ ਕੋਸ਼ਿਸ਼ ਕਰਦੀ। ਇੱਕ ਦਿਨ ਅਚਾਨਕ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਬੱਚੇ ਦਾ ਬਾਪ ਕੌਣ ਹੈ। ਪਰ ਫਿਰ ਵੀ ਉਸਨੇ ਇਸ ਬੱਚੇ ਨੂੰ ਜਨਮ ਦੇਣ ਦੀ ਸੋਚੀ। ਉਸ ਅੰਦਰ ਜ਼ਿੰਦਗੀ ਨੂੰ ਜੀਣ ਦੀ ਚਾਹਤ ਭਰ ਗਈ ਸੀ। ਉਸਨੇ ਇਸ ਦਲਦਲ ਵਿੱਚੋਂ ਨਿਕਲਣ ਦੀ ਸੋਚੀ। ਉਹ ਚਾਹੁੰਦੀ ਸੀ ਕਿ ਜੋ ਸੁਪਨਾ ਉਸਦੀ ਮਾਂ ਨੇ ਉਸ ਨੂੰ ਲੈ ਕੇ ਵੇਖਿਆ ਸੀ, ਉਹ ਉਸ ਸੁਪਨੇ ਨੂੰ ਇਸ ਬੱਚੇ ਰਾਹੀਂ ਪੂਰਾ ਕਰੇ। ਕਮਲਾ ਕੋਠੇ ਤੋਂ ਨਿਕਲ ਕੇ ਇੱਕ ਥਾਂ ਘਰ ਬਣਾ ਕੇ ਰਹਿਣ ਲੱਗੀ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਜੋ ਦਾਗ ਉਸ ਉੱਤੇ ਲੱਗ ਚੁੱਕਿਆ ਉਹ ਉਸ ਦੇ ਨਾਲ ਹੀ ਰਹੇਗਾ। ਜਿਸਮ ਦੇ ਦਰਿੰਦੇ ਉਸ ਮਗਰ ਉੱਥੇ ਵੀ ਪਹੁੰਚ ਗਏ। ਸਮਾਜ ਵੀ ਉਸ ਨੂੰ ਕੋਠੇ ਵਾਲੀ ਕਹਿ ਕੇ ਨਕਾਰਨ ਲੱਗਾ। ਆਲੇ ਦੁਆਲੇ ਦੇ ਲੋਕ ਉਸ ਦੇ ਹੋਣ ਵਾਲੇ ਬੱਚੇ ਨੂੰ ਨਾਜਾਇਜ਼ ਔਲਾਦ ਦਾ ਨਾਂ ਦੇਣ ਲੱਗੇ। ਕਮਲਾ ਨੇ ਆਪਣੇ ਆਪ ਨੂੰ ਸਵਾਰਨ ਅਤੇ ਨਵੀਂ ਜ਼ਿੰਦਗੀ ਜੀਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਮਾਜ ਨੇ ਉਸ ਨੂੰ ਨਾ ਸਵੀਕਾਰਿਆ। ਅੰਤ ਸਮਾਜ ਤੋਂ ਤੰਗ ਆ ਕੇ ਕਮਲਾ ਨੇ ਆਪਣੇ ਬੱਚੇ ਸਮੇਤ ਆਪਣੇ ਆਪ ਨੂੰ ਫਾਹਾ ਲਾ ਲਿਆ ਤੇ ਦੁਨੀਆ ਨੂੰ ਸਦੀਵੀਂ ਲਈ ਅਲਵਿਦਾ ਕਰ ਗਈ। ਸ਼ੁਕਰੀਆ ਦੋਸਤੋ, ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।